ਧੰਨ ਵਾਹਿਗੁਰੂ ਸਾਹਿਬ ਜੀਓ। ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮ੍ਰਿਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਮਨੁੱਖਤਾ ਦੇ ਸਾਂਝੇ ਰਹਿਬਰ, ਵਾਲੀਏ ਕੁਲ ਆਲਮ ਮੁਜਸਮਾਏ ਆਬੇ ਹਯਾਤ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨ੍ਹਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਸਵਾਰਿਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਰਸ ਭਿੰਨੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਗੁਰੂ ਦਇਆ ਦੇ ਸਦਕਾ ਚੱਲ ਰਹੀ ਮੁਬਾਰਕ ਬਾਣੀ ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ 8 ਪਾਵਨ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਬਣਾਈ। ਅਗਲੇਰੀ 9 ਨੰਬਰ ਪੌੜੀ, ਜਿਸ ਦਾ ਪਾਠ ਆਪ ਜੀਆਂ ਦੇ ਨਾਲ ਸਾਂਝਾ ਕੀਤਾ ਹੈ, ਤਿਸ ਦੀ ਵਿਚਾਰ ਗੁਰੂ ਦਇਆ ਦੇ ਸਦਕਾ ਆਪ ਸੰਗਤਾਂ ਦੇ ਨਾਲ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਭ ਦੀ ਮੁਬਾਰਕ ਬਾਣੀ ਨੂੰ ਪੜ੍ਹਦਿਆਂ ਹੋਇਆਂ, ਜਦੋਂ ਕੱਲ੍ਹ ਦੀ ਮੁਬਾਰਕ ਪੌੜੀ ਦੀ ਵਿਚਾਰ ਕੀਤੀ, 8 ਨੰਬਰ ਪੌੜੀ ਦੀ, ਸੁਣਿਆ ਸਿੱਧ ਪੀਰ ਸੁਰਨਾਥ, ਕਿ ਰੱਬ ਜੀ ਦੇ ਨਾਮ ਨੂੰ, ਉਹਦੇ ਗੁਣਾਂ ਨੂੰ ਸੁਣਨ ਦੇ ਨਾਲ ਜੀਵਨ ਦੇ ਅੰਦਰ ਤਬਦੀਲੀਆਂ ਆਉਂਦੀਆਂ ਨੇ। ਰੱਬੀ ਨਾਮ ਨੂੰ ਸੁਣਨਾ ਵੀ ਆਪਣੇ ਆਪ 'ਚ ਇੱਕ ਵੱਡੀ ਕਿਰਿਆ ਹੈ। ਜਿਹੜੇ ਸੁਣਨ ਲੱਗ ਜਾਣ, ਸਭ ਕਹਿੰਦੇ ਨੇ ਬਖਸ਼ਿਸ਼ ਹੋ ਜਾਏਗੀ, ਜੀਵਨ ਬਦਲਣੇ ਸ਼ੁਰੂ ਹੋ ਜਾਣਗੇ ਅਤੇ ਸੋਝੀ ਆ ਜਾਏਗੀ। ਔਰ ਸਾਰਿਆਂ ਤੋਂ ਵੱਡੀ ਬਖਸ਼ਿਸ਼ ਹੋਏਗੀ, ਸੁਣਿਆ ਦੁੱਖ ਪਾਪ ਕਾ ਨਾਸ। ਮਨ ਦੇ ਅੰਦਰ ਦੇ ਦੁੱਖ, ਕੀਤੇ ਹੋਏ ਪਾਪਾਂ ਦਾ ਨਾਸ਼ ਹੋ ਜਾਏਗਾ ਜੇ ਸੱਚਮੁੱਚ ਮਨ ਕਰਕੇ ਸੁਣ ਲਈਏ। ਕਿਉਂਕਿ ਸੁਣਨਾ ਸੁਰਤ ਕਰਕੇ ਜ਼ਰੂਰੀ ਹੈ, ਸੁਣਨਾ ਮਨ ਕਰਕੇ ਜ਼ਰੂਰੀ ਹੈ। ਰੱਬ ਜੀ ਦੇ ਨਾਮ ਨੂੰ ਤਾਂ ਹੀ ਮਾਲਕ ਜਦੋਂ ਉਸਤਤ ਦੀ ਗੱਲ ਕਰਦੇ ਨੇ ਨਾ, ਅਤੇ ਮੁਬਾਰਕ ਬਾਣੀ ਸੁਖਮਨੀ ਸਾਹਿਬ ਦੇ ਅੰਦਰ ਬੜਾ ਸੌਖਾ ਜਿਹਾ ਸਮਝਾ ਦਿੱਤਾ। ਸਭ ਕਹਿਣ ਲੱਗੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕਰਕੇ, ਇਕਾਗਰ ਚਿੱਤ ਹੋ ਕਰਕੇ, ਸੁਰਤ ਖਿੰਡਣੀ ਨਹੀਂ ਚਾਹੀਦੀ। ਰੱਬੀ ਨਾਮ ਦੇ ਵਿੱਚ ਸੁਰਤ ਜੋੜ ਰਹੇ ਹੋਈਏ ਅਤੇ ਸੁਰਤ ਇੱਕ ਥਾਂ 'ਤੇ ਟਿਕ ਜਾਵੇ। ਔਰ ਸੁਰਤ ਐਸੀ ਟਿਕੇ ਕਿ ਵੇ ਗੁਰੂ ਦਾ ਸ਼ਬਦ, ਗੁਰੂ ਦੀ ਜੋ ਗੱਲ ਹੈ ਉਹ ਸਿੱਧੀ ਸੁਰਤ ਦੇ ਅੰਦਰ ਵਸੇ, ਸਰੀਰ ਤੱਕ ਸੀਮਤ ਨਾ ਰਹਿ ਜਾਏ, ਕੰਨ ਰਸ ਤੱਕ ਸੀਮਤ ਨਾ ਰਹਿ ਜਾਏ। ਸਾਡੀ ਮੁਸ਼ਕਲ ਹੈ।
ਅਸੀਂ ਬਹੁਤਾ ਕੁਛ ਸਿਰਫ ਕੰਨਾਂ ਤੱਕ, ਜਿਹੜਾ ਸਾਡੇ ਕੰਨਾਂ ਨੂੰ ਚੰਗਾ ਲੱਗੇ ਉਹੀ ਸੁਣ ਕੇ ਉਹੀ ਮੰਨ ਕੇ ਰਾਜੀ ਹੁੰਦੇ ਆ। ਸਭ ਕਹਿੰਦੇ ਇਕੱਲੇ ਕੰਨ ਰਸ ਦੀ ਗੱਲ ਨਹੀਂ ਹੈ, ਸੁਰਤ ਕਰਕੇ ਸੁਣ ਬਖਸ਼ਿਸ਼ਾਂ ਹੋਵਣਗੀਆਂ। ਔਰ ਇਹ ਨਹੀਂ ਹੈ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਬਖਸ਼ਿਸ਼ ਉਦਣ ਹੋਈ ਸੀ, ਵੀ ਭਾਈ ਮੰਝ ਜੀ ਦੇ ਉੱਤੇ ਬਖਸ਼ਿਸ਼ ਹੋ ਗਈ, ਭਾਈ ਕਟਾਰੂ ਜੀ ਦੇ ਉੱਤੇ ਬਖਸ਼ਿਸ਼ ਹੋ ਗਈ, ਭਾਈ ਪਰਾਗਾ ਜੀ ਦੇ ਉੱਤੇ ਬਖਸ਼ਿਸ਼ ਹੋ ਗਈ, ਭਾਈ ਗੁਰਦਾਸ ਸਾਹਿਬ ਤੇ ਬਖਸ਼ਿਸ਼ ਹੋ ਗਈ, ਭਾਈ ਨੰਦ ਲਾਲ ਸਾਹਿਬ ਤੇ ਬਖਸ਼ਿਸ਼ ਹੋ ਗਈ, ਭਾਈ ਮਨੀ ਸਿੰਘ ਜੀ ਤੇ ਬਖਸ਼ਿਸ਼ ਹੋ ਗਈ, ਭਾਈ ਤਾਰੂ ਸਿੰਘ ਜੀ ਤੇ ਬਖਸ਼ਿਸ਼ ਹੋ ਗਈ। ਅੱਜ ਉਹ ਸਮਾਂ ਕਿੱਥੇ ਹੈ? ਸਮਾਂ ਉੱਥੇ ਹੀ ਹੈ, ਸਮਾਂ ਨਹੀਂ ਬਦਲਿਆ, ਕੁਝ ਨਹੀਂ ਬਦਲਿਆ। ਗੁਰੂ ਅੱਜ ਵੀ ਓਨੀ ਸਮਰੱਥਾ ਰੱਖਦਾ ਏ ਜਿੰਨੀ ਉਦਣ ਰੱਖਦਾ ਸੀ। ਸਾਹਿਬ ਮੇਰਾ ਨੀਤ ਨਵਾਂ ਨਾ ਆਵੈ ਨਾ ਜਾਏ, ਨਾ ਇਹ ਜੰਮਦਾ ਏ ਨਾ ਮਰਦਾ ਏ, ਗੁਰੂ ਹਮੇਸ਼ਾ ਹੀ ਨਵਾਂ ਏ। ਗੁਰੂ ਦੀ ਸਿੱਖਿਆ ਨਵੀਂ ਹੈ, ਗੁਰੂ ਦੀ ਸਮਰੱਥਾ ਓਨੀ ਹੈ। ਮਸਲਾ ਹੈ ਵੀ ਸੁਣਨ ਵਾਲਾ ਤੇ ਮੰਨਣ ਵਾਲਾ ਸੁਰਤ ਗੁਰੂ ਨਾਲ ਜੋੜ ਲਵੇ। ਵੀ ਜਦੋਂ ਅਸੀਂ ਇਹ ਗੱਲ ਕਹਿੰਦੇ ਨਾ, ਇਹ ਅਸਲ ਦੇ ਵਿੱਚ ਅਸੀਂ ਬਹਾਨਾ ਕੱਢ ਰਹੇ ਹੁੰਦੇ ਹਾਂ, ਕਿ ਬਹਾਨਾ ਜਿਹਾ ਵੀ ਸੌਖਾ ਹੈ ਆਪਣੇ ਆਪ ਨੂੰ ਬਚਾਉਣ ਦਾ। ਉਦਣ ਵੀ ਗੁਰੂ ਬਖਸ਼ਿਸ਼ ਕਰਦਾ ਹੈ, ਸਾਰੇ ਉਦਣ ਵੀ ਬਖਸ਼ਿਸ਼ ਦੇ ਪਾਤਰ ਨਹੀਂ ਬਣੇ। ਇਹ ਨਹੀਂ ਹੈ ਵੀ ਉਦਣ ਸਾਰੇ ਹੀ ਬਖਸ਼ਿਸ਼ ਦੇ ਪਾਤਰ ਬਣ ਗਏ। ਗੁਰੂ ਅਰਜਨ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਲੈਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ, ਬੜੀ ਗਿਣਤੀ ਹੈ। ਪਰ ਉੱਥੇ ਹੀ ਦੂਜੇ ਪਾਸੇ ਬਖਸ਼ਿਸ਼ ਤਾਂ ਗੁਰੂ ਸਾਹਿਬ ਸਾਰਿਆਂ 'ਤੇ ਕਰਦੇ, ਕਿਸੇ ਦੇ ਨਾਲ ਕੋਈ ਵਿਤਕਰਾ ਤਾਂ ਨਹੀਂ ਹੈ। ਪਰ ਕਦੇ ਬਾਬਾ ਪ੍ਰਿਥੀ ਚੰਦ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ, ਕਦੇ ਬਾਬਾ ਮਿਹਰਬਾਨ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ। ਗੁਰੂ ਸਾਹਿਬ ਦੇ ਪਰਿਵਾਰ 'ਚੋਂ ਹੈ, ਕਦੇ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕੇ। ਹਰ ਜੀ ਕੋਲ ਗਿਆਨ ਬਹੁਤ ਹੈ। ਬਾਬੇ ਪ੍ਰਿਥੀ ਚੰਦ ਦਾ ਪੋਤਰਾ, ਬਾਬਾ ਮਿਹਰਬਾਨ ਦਾ ਪੁੱਤਰ, ਗਿਆਨ ਬੜਾ ਹੈ, ਪਰ ਗੁਰੂ ਅਰਜਨ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਿਆ। ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਨਹੀਂ ਖੜ ਸਕਿਆ, ਕਿਉਂਕਿ ਸੁਰਤ ਜਿਹੜੀ ਹੈ ਉਹ ਸਦੀਵੀ ਸਵਾਰਥ ਵਿੱਚ ਜੁੜੀ ਰਹੀ ਹੈ। ਸੁਰਤ ਸਵਾਰਥ ਵਿੱਚ ਹੈ, ਸੁਰਤ ਗੁਰੂ ਚਰਨਾਂ ਦੇ ਅੰਦਰ ਟਿਕੀ ਨਹੀਂ। ਜਿੱਦਣ ਸੁਰਤ ਗੁਰੂ ਚਰਨਾਂ ਦੇ ਅੰਦਰ ਟਿਕ ਜਾਵੇ, ਫਿਰ ਦਾਤਾਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸੁਣਿਆ ਈਸ਼ਰ ਬਰਮਾ ਇੰਦ। ਸਤਿਗੁਰੂ ਕਹਿੰਦੇ ਬਖਸ਼ਿਸ਼ ਹੋ ਜਾਏਗੀ, ਤੈਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋ ਜਾਏਗੀ। ਈਸ਼ਰ ਦਾ ਭਾਵ ਸ਼ਿਵ, ਬਰਮਾ ਬ੍ਰਹਮਾ, ਇੰਦ ਦੇਵਤਾ। ਇੰਦਰ ਜਿਹੜਾ ਦੇਵਤਿਆਂ ਦਾ ਦੇਵਤਾ ਹੈ, ਜਿਹੜਾ ਦੇਵਤਿਆਂ ਦਾ ਰਾਜਾ ਹੈ। ਸਭ ਕਹਿੰਦੇ ਤੈਨੂੰ ਇਹਨਾਂ ਵਾਲੀ ਪਦਵੀ ਮਿਲ ਜਾਏਗੀ ਤੇ ਨਾਲ ਸਮਝ ਆ ਜਾਏਗੀ, ਕਿਉਂਕਿ ਸਿੱਖ ਨੂੰ ਅਸਲ 'ਚ ਇਹਨਾਂ ਵਾਲੀ ਪਦਵੀ ਨਹੀਂ ਚਾਹੀਦੀ। ਸਿੱਖ ਇਹਨਾਂ ਵਾਲੀ ਪਦਵੀ ਨਹੀਂ ਚਾਹੁੰਦਾ, ਕਿਉਂਕਿ ਗੁਰੂ ਸਾਹਿਬ ਨੇ ਜਦੋਂ ਬਾਣੀ ਦੇ ਅੰਦਰ ਗੱਲ ਕੀਤੀ ਹੈ ਤੇ ਇਹਨਾਂ ਬਾਰੇ ਕਿਹਾ ਹੈ ਵੀ ਇਹ ਤਾਂ ਹਉਮੈ ਦੇ ਵਿੱਚ ਨੇ, ਇਹ ਤੇ ਹੰਕਾਰ ਦੇ ਵਿੱਚ ਨੇ। ਫਿਰ ਗੁਰੂ ਕਿਹੜੇ ਦੇਵਤੇ ਬਣਾਉਂਦਾ ਹੈ? ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਦੋਂ ਗੁਰੂ ਦੇਵਤੇ ਬਣਾ ਦੇਵੇ, ਫਿਰ ਉਹ ਦੇਵਤਿਆਂ ਦੇ ਕਿਰਦਾਰ ਬੜੇ ਉੱਚੇ ਨੇ। ਉਹ ਦੇਵਤਿਆਂ ਦੇ ਕਿਰਦਾਰ ਇੱਦਾਂ ਦੇ ਨਹੀਂ ਆ ਕਿਸੇ ਦੇ ਘਰ ਰੋਟੀ ਖਾਣ ਗਏ, ਉਹਦੇ ਘਰ ਲੂਣ ਘੱਟ ਸੀ ਤੇ ਪੁੱਤਰ ਮਾਰ ਦਿੱਤਾ। ਇਹ ਦੇਵਤਿਆਂ ਵਾਲੇ ਕਿਰਦਾਰ ਇੱਦਾਂ ਦੇ ਗੁਰੂ ਨੇ ਨਹੀਂ ਘੜੇ। ਗੁਰੂ ਇੱਦਾਂ ਦਾ ਦੇਵਤਾ ਨਹੀਂ ਬਣਾਉਂਦਾ ਵੀ ਕਿਸੇ ਦੀ ਔਰਤ ਦੇ ਨਾਲ ਰੂਪ ਬਦਲ ਕੇ, ਭੇਸ ਬਦਲ ਕੇ ਤੇ ਬਲਾਤਕਾਰ ਕਰ ਦੇਣਾ ਤੇ ਫਿਰ ਕਹਿਣਾ ਵੀ ਮੈਂ ਦੇਵਤਿਆਂ ਦਾ ਰਾਜਾ ਵਾਂ। ਸਤਿਗੁਰੂ ਇੱਦਾਂ ਦੇ ਦੇਵਤੇ ਨਹੀਂ ਬਣਾਉਂਦੇ। ਮਾਲਕ ਕਹਿੰਦੇ ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਸੁਣੇਗਾ ਤੇ ਇਹਨਾਂ ਦੇ ਅਸਲ ਜੀਵਨ ਤੈਨੂੰ ਸਮਝ ਆ ਜਾਣਗੇ ਵੀ ਤੂੰ ਐਵੇਂ ਭੁਲੇਖੇ 'ਚ ਹੀ ਆ, ਇਹਨਾਂ ਦੇ ਕਰਮ ਸਮਝ ਆ ਜਾਣਗੇ। ਸੁਣਿਆ ਈਸ਼ਰ ਬਰਮਾ ਇੰਦ, ਇਹਨਾਂ ਦੀ ਅਸਲੀਅਤ ਤੈਨੂੰ ਸਮਝ ਆ ਜਾਏਗੀ ਵੀ ਇਹਨਾਂ ਦਾ ਅਸਲ ਜੀਵਨ ਕਿੱਦਾਂ ਦਾ ਹੈ। ਤੇ ਗੁਰੂ ਦੀ ਬਖਸ਼ਿਸ਼ ਹੋਵੇ, ਫਿਰ ਗੁਰੂ ਸ੍ਰੇਸ਼ਟ ਦੇਵਤੇ ਬਣਾਉਂਦਾ ਹੈ, ਜਿਨ੍ਹਾਂ ਦੇ ਅੰਦਰ ਦੇ ਗੁਣ ਇੱਦਾਂ ਦੇ ਨੇ, ਜਿਨ੍ਹਾਂ ਦੇ ਜਿਉਣ ਦਾ ਢੰਗ ਇੱਦਾਂ ਦਾ ਹੈ। ਫਿਰ ਉਹ ਦੇਖਦੇ ਨਹੀਂ ਆ ਕੋਈ ਰਿਸ਼ਤੇਦਾਰੀ ਹੈ ਜਾਂ ਨਹੀਂ ਹੈ, ਕੋਈ ਸਾਂਝ ਹੈ ਜਾਂ ਨਹੀਂ ਹੈ, ਬਸ ਆਵਾਜ਼ ਸੁਣਦੀ ਹੈ, ਸ਼ਈ ਬਾਬਾ ਸ਼ਈ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਰੰਨ ਬਸਰੇ ਨੂੰ ਗਈ। ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਜਾਂਦਾ ਸੀ, ਉਦੋਂ ਇਹ ਸਿਰਫ ਆਵਾਜ਼ ਸੁਣਦੀ ਸੀ,
ਵੀ ਬਸਰੇ ਸ਼ਹਿਰ ਦੇ ਵਿੱਚ ਹੁਣ ਅਸੀਂ ਵਿਕਣਾ ਹੈ ਤੇ ਸਾਡੀ ਇਤੋਂ ਇਹਨਾਂ ਦੇ ਕੋਲੋਂ ਕੈਦ ਜਿਹੜੀ ਆ ਉਹ ਖੁਲਵਾਈ ਜਾਵੇ, ਸਾਨੂੰ ਇਹਨਾਂ ਦੀ ਕੈਦ ਚੋਂ ਛੁਡਵਾਇਆ ਜਾਵੇ। ਕੋਈ ਉੱਥੇ ਰਿਸ਼ਤੇਦਾਰੀ ਦੀ ਗੱਲ ਨਹੀਂ ਹੈ। ਗੁਰੂ ਨੇ ਇੱਦਾਂ ਦੇ ਦੇਵਤੇ ਸਿਰਜੇ ਨੇ। ਉਹਨਾਂ ਦੇਵਤਿਆਂ ਦੀ ਜਦੋਂ ਗੱਲ ਕਰੋਗੇ, ਕਦੇ ਉਹਨਾਂ ਦੇ ਬਾਰੇ ਪੜ੍ਹੋਗੇ, ਉਹਨਾਂ ਦਾ ਸੱਚਮੁੱਚ ਜੀਵਨ ਬੜਾ ਕਮਾਲ ਦਾ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੁਣੀ, ਸਰਦਾਰ ਬਘੇਲ ਸਿੰਘ ਹੁਣੀ, ਜੱਸਾ ਸਿੰਘ ਰਾਮਗੜੀਆ ਸੱਚਮੁੱਚ ਗੁਰੂ ਦੇ ਗਿਆਨ ਦੇ ਵਿੱਚੋਂ ਘੜੇ ਹੋਏ ਦੇਵਤੇ ਨੇ। ਕਦੇ ਬਾਬਾ ਬੁੱਢਾ ਸਾਹਿਬ ਦਾ ਜੀਵਨ ਪੜ੍ਹ ਕੇ ਦੇਖੀਏ, ਸੱਚਮੁੱਚ ਇਹ ਦੇਵਤੇ ਨੇ ਜਿਨ੍ਹਾਂ ਦੇ ਕਿਰਦਾਰ ਬਾਣੀ ਨੇ ਘੜ ਦਿੱਤੇ। ਜਿਨ੍ਹਾਂ ਦੇ ਕਿਰਦਾਰ ਬਾਣੀ ਨੇ ਘੜੇ ਹੋਣ, ਉਹਨਾਂ ਦੇ ਜੀਵਨ ਵੱਖਰੇ ਨੇ ਸੰਸਾਰ ਦੇ ਨਾਲੋਂ। ਉਹ ਰਹਿੰਦੇ ਸੰਸਾਰ ਦੇ ਵਿੱਚ ਨੇ ਪਰ ਸੰਸਾਰ ਦਾ ਪ੍ਰਭਾਵ ਨਹੀਂ ਕਬੂਲ ਕਰਦੇ। ਉਹਨਾਂ ਦੇ ਜਿਉਣ ਦਾ ਤਰੀਕਾ ਬੜਾ ਕਮਾਲ ਦਾ ਹੈ। ਜੈਸੇ ਜਲ ਮਹਿ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਉਹ ਨਾਮ ਦੀ ਬਰਕਤ ਦੇ ਰਾਹੀਂ ਸੰਸਾਰ ਦੇ ਅੰਦਰ ਇੰਜ ਰਹਿੰਦੇ ਨੇ ਜਿੱਦਾਂ ਕਮਲ ਦਾ ਫੁੱਲ ਰਹਿੰਦਾ ਹੈ, ਪਾਣੀ ਦੇ ਅੰਦਰ ਚਿੱਕੜ ਦੇ ਵਿੱਚ ਰਹਿੰਦਾ ਹੈ। ਚਿੱਕੜ 'ਚ ਰਹਿੰਦਾ ਹੋਇਆ ਕਦੇ ਚਿੱਕੜ ਦੇ ਨਾਲ ਲਿਬੜਿਆ ਨਹੀਂ ਮਿਲੇਗਾ ਤੁਹਾਨੂੰ ਕਮਲ ਦਾ ਫੁੱਲ। ਮੁਰਗਾਬੀ ਪਾਣੀ ਦੇ ਅੰਦਰ ਰਹਿੰਦੀ ਹੈ ਪਰ ਉਹ ਪਾਣੀ 'ਚ ਕਦੇ ਭਿੱਜੀ ਨਹੀਂ ਮਿਲੇਗੀ। ਪਾਣੀ 'ਚ ਰਹਿੰਦੀ ਹੈ, ਇੱਕਦਮ ਉਡਾਰੀ ਮਾਰ ਜਾਂਦੀ ਹੈ ਕਿਉਂਕਿ ਪਾਣੀ ਦਾ ਪ੍ਰਭਾਵ ਨਹੀਂ ਕਬੂਲਿਆ। ਸਭ ਕਹਿੰਦੇ ਸੰਸਾਰ ਦੇ ਅੰਦਰ ਰਹਿਣਾ ਹੈ ਤੇ ਇੰਜ ਰਹਿ। ਸੰਸਾਰ ਤੋਂ ਨਿਰਲੇਪ ਹੋ ਕਰਕੇ ਸੰਸਾਰ ਦੇ ਅੰਦਰ ਰਹੇਗਾ, ਫਿਰ ਇੱਦਾਂ ਪ੍ਰਭਾਵ ਨਹੀਂ ਪਏਗਾ। ਫਿਰ ਇਹ ਪ੍ਰਭਾਵ ਜਿਹੜਾ ਇਹਨਾਂ ਦੇ ਉੱਤੇ ਪਿਆ ਹੋਇਆ ਹੈ ਨਾ, ਕਾਮ ਵਾਸ਼ਨਾ ਦਾ। ਕੋਈ ਆਪਣੀ ਧੀ ਦੇ ਨਾਲ ਹੀ ਸੰਸਾਰ ਦੇ ਅੰਦਰ ਤਾਂ ਕੋਈ ਜੇ ਇੱਦਾਂ ਦਾ ਕਰਮ ਕਰੇ ਤੇ ਅਸੀਂ ਬੜਾ ਮਾੜਾ ਕਹਿੰਦੇ, ਬੜਾ ਨੀਵਾਂ ਕਹਿੰਦੇ ਆ। ਧਰਮੀ ਅਖਵਾਉਣ ਵਾਲੇ, ਰੱਬ ਅਖਵਾਉਣ ਵਾਲੇ ਇੱਦਾਂ ਦੇ ਕਰਮ ਕਰਦੇ ਨੇ, ਆਪਣੀ ਧੀ ਦੇ ਨਾਲ ਵਿਆਹ ਕਰ ਲੈਂਦੇ ਨੇ। ਅਸੀਂ ਅੱਜ ਵੀ ਰੱਬ ਮੰਨ ਕੇ ਬੈਠੇ ਹਾਂ। ਅਸੀਂ ਇੱਦਾਂ ਦਿਆਂ ਨੂੰ ਰੱਬ ਬਣਾਇਆ ਹੋਇਆ। ਤੇ ਸਭ ਕਹਿੰਦੇ ਨੇ ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ। ਜਿਨ੍ਹਾਂ ਦੇ ਕਰਮ ਬੜੇ ਮੰਦੇ ਨੇ, ਜਿਨ੍ਹਾਂ ਦਾ ਜਿਉਣਾ ਬੜਾ ਮਾੜਾ ਏ, ਜੇ ਗੁਰੂ ਦੀ ਸਿੱਖਿਆ ਸੁਣ ਲੈਣ ਤੇ ਉਹ ਮੰਦ ਕਰਮੀ ਮਾੜੇ ਜੀਵਨ ਵਾਲੇ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਜਾਂਦੇ ਨੇ, ਜੇ ਸੁਣ ਲੈਣ ਸੁਰਤ ਕਰਕੇ। ਜਿਨ੍ਹਾਂ ਨੂੰ ਨਾ ਯਕੀਨ ਹੋਵੇ, ਕਦੇ ਗੁਰੂ ਨਾਨਕ ਪਾਤਸ਼ਾਹ ਦਾ ਤੁਲੰਬੇ ਦੀ ਧਰਤੀ ਤੇ ਜਾਣਾ ਪੜ੍ਹ ਕੇ ਦੇਖ ਲਈਏ, ਸਮਝ ਆ ਜਾਏਗੀ ਸੱਚਮੁੱਚ ਗੁਰੂ ਬਖਸ਼ਿਸ਼ ਕਰਦਾ ਹੈ। ਜਿਸ ਦਿਨ ਸਾਹਿਬ ਤੁਲੰਬੇ ਦੀ ਧਰਤੀ ਤੇ ਜਾਂਦੇ ਨੇ, ਉੱਥੇ ਭਾਈ ਸੱਜਣ ਮਿਲਦੇ ਆ। ਭਾਈ ਸੱਜਣ ਸ਼ਬਦ ਸੁਣਦਾ ਏ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾਂ ਮੰਗੀਐ ਤਿੱਥੈ ਖੜੇ ਦਿਸਨ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ। ਸਭ ਕਹਿੰਦੇ ਨੇ ਆ ਦੇਖ ਸੱਜਣਾ ਦਾ ਸੁਭਾਅ ਏ, ਸੱਜਣ ਦਾ ਸੁਭਾਅ ਏ। ਸੱਜਣ ਨਾਲ ਖੜਦਾ ਏ ਜਿੱਥੇ ਲੋੜ ਪੈ ਜਾਵੇ। ਤੇ ਬਗਲੇ ਦਾ ਸੁਭਾਅ ਹੈ ਚਿੱਟਾ, ਹੈ ਹੰਸ ਵਰਗਾ, ਪਰ ਸੁਭਾਅ 'ਚ ਕੀ ਹੈ? ਤੀਰਥ ਤੇ ਵੀ ਰਹਿੰਦਾ ਹੈ। ਤੀਰਥ ਤੇ ਰਹਿ ਕੇ ਕਰਦਾ ਕੀ ਹੈ? ਲੁੱਟਦਾ ਹੈ ਬਸ। ਘੁੱਟ ਘੁੱਟ ਜੀਆਂ ਖਾਵਣੇ। ਕਿਤੇ ਧਰਮੀ ਇੱਦਾਂ ਦਾ ਤੇ ਨਹੀਂ ਹੈ। ਜਿਹੜੇ ਮਾੜੇ ਜੀਵਨ ਵਾਲੇ, ਜਦੋਂ ਉਹਨਾਂ ਨੇ ਸੁਣਿਆ ਸੱਜਣ ਠੱਗ ਕਹਿੰਦੇ ਸਨ ਲੋਕ, ਸੱਜਣ ਠੱਗ ਤੋਂ ਸਤਿਗੁਰੂ ਨੇ ਕਿਰਪਾ ਕਰਕੇ ਭਾਈ ਸੱਜਣ ਜੀ ਬਣਾ ਦਿੱਤਾ। ਗੁਰੂ ਨੇ ਪ੍ਰਚਾਰਕ ਬਣਾ ਦਿੱਤਾ। ਸਿੱਖੀ ਦਾ ਪ੍ਰਚਾਰ ਕਰਨ ਲੱਗ ਗਿਆ, ਰੱਬੀ ਬਾਣੀ ਦਾ ਪ੍ਰਚਾਰ ਕਰਨ ਲੱਗ ਗਿਆ। ਸਾਹਿਬ ਦੀਆਂ ਬਖਸ਼ਿਸ਼ਾਂ ਨੇ, ਮਾਲਕ ਨੇ ਜੇ ਗੱਲ ਕਹੀ ਹੈ ਨਾ, ਸੁਣਿਆ ਮੁਖ ਸਾਲਾਹਣ ਮੰਦ, ਤੇ ਫਿਰ ਗੁਰੂ ਨੇ ਇਹ ਬਖਸ਼ਿਸ਼ ਕੱਲੀ ਬਾਣੀ ਦੇ ਅੰਦਰ ਨਹੀਂ, ਪ੍ਰੈਕਟੀਕਲ ਜੀਵਨ 'ਚ ਕਰਕੇ ਦਿਖਾ ਦਿੱਤਾ ਸਾਨੂੰ। ਕਦੇ ਜੀਵਨ ਪੜ੍ਹ ਕੇ ਦੇਖਿਆ ਜੇ ਉੜੀਸਾ ਦੀ ਧਰਤੀ ਦਾ, ਜਿਹਨੂੰ ਲੋਕ ਕਦੇ ਕਹਿੰਦੇ ਸਨ ਇਹ ਰਾਖਸ਼ਸ ਹੈ, ਗੁਰੂ ਨੇ ਕਿਰਪਾ ਕਰ ਦਿੱਤੀ, ਕੜਾਹਾ ਉਹਦਾ ਅੱਜ ਵੀ ਤਪਦਾ ਹੈ। ਫਰਕ ਇਹਨਾਂ ਹੈ, ਕਦੇ ਭਾਈ ਕੌਡੇ ਦੇ ਕੜਾਹੇ ਦੇ ਵਿੱਚ ਰਾਹਗੀਰ ਤਲੇ ਜਾਂਦੇ ਸਨ, ਅੱਜ ਉਸੇ ਕੜਾਹੇ ਦੇ ਵਿੱਚ ਰਾਹਗੀਰਾਂ ਦੇ ਲਈ ਲੰਗਰ ਤਿਆਰ ਕਰਕੇ ਛਕਾਇਆ ਜਾਂਦਾ ਹੈ। ਕੜਾਹਾ ਅੱਜ ਵੀ ਤਪਦਾ ਹੈ।
ਪਰ ਫਰਕ ਪੈ ਗਿਆ, ਜਿੱਥੇ ਉਹਨਾਂ ਨੂੰ ਤਲਿਆ ਜਾਂਦਾ ਸੀ ਅੱਜ ਉਹਨਾਂ ਵਾਸਤੇ ਲੰਗਰ ਤਿਆਰ ਹੋ ਰਿਹਾ ਹੈ। ਇਹ ਗੁਰੂ ਦੀ ਸਿੱਖਿਆ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀਆਂ ਰਹਿਮਤਾਂ ਨੇ, ਬਰਕਤਾਂ ਨੇ ਗੁਰੂ ਨਾਨਕ ਦੇ ਘਰ ਦੀਆਂ, ਜਿਨ੍ਹਾਂ ਨੂੰ ਸਮਝ ਆ ਜਾਵੇ, ਜਿਹੜੇ ਸੱਚਮੁੱਚ ਗੁਰੂ ਚਰਨਾਂ ਦੇ ਅੰਦਰ ਟਿਕ ਜਾਣ। ਭਾਈ ਬਿਧੀ ਚੰਦ ਗੁਰੂ ਇੰਨੀ ਦਇਆ ਕਰਦਾ ਏ, ਜਿਹਨੂੰ ਲੋਕ ਚੋਰ ਕਹਿੰਦੇ ਸਨ, ਅੱਜ ਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਚੋਰ ਨਹੀਂ ਕਹਿੰਦੇ ਲੋਕ। ਅੱਜ ਅਸੀਂ ਜਦੋਂ ਸ਼ਬਦ ਵਰਤੀਦਾ ਏ, ਜਦੋਂ ਸ਼ਬਦ ਵਰਤੀਦਾ ਏ ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਗੁਰੂ ਕਾ ਸੀਨਾ ਭਾਵ ਗੁਰੂ ਦਾ ਮਾਣ, ਗੁਰੂ ਦੀ ਤਾਕਤ। ਅਸੀਂ ਭਾਈ ਬਿਧੀ ਚੰਦ ਨੂੰ ਚੋਰ ਨਹੀਂ ਕਹਿੰਦੇ। ਹੁਣ ਭਾਈ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਏ। ਭਾਈ ਬਿਧੀ ਚੰਦ ਜੀ ਦੇ ਨਾਮ ਤੇ ਸੰਪਰਦਾ ਏ। ਅੱਜ ਸਤਿਕਾਰ ਹੈ ਪੰਥ ਦੇ ਅੰਦਰ, ਕਿਉਂ ਜੀਵਨ ਨੂੰ ਬਦਲ ਲਿਆ। ਇਹ ਗੁਰੂ ਨਾਨਕ ਦੇ ਘਰ ਦੀਆਂ ਇੱਕ ਨਹੀਂ ਬੇਅੰਤ ਉਦਾਹਰਨਾਂ ਨੇ, ਔਰ ਅੱਜ ਵੀ ਹੈਗੀਆਂ। ਅੱਜ ਵੀ ਬੜੇ ਮੰਦ ਕਰਮੀ ਨੇ ਜਿਨ੍ਹਾਂ ਦੇ ਜੀਵਨ ਗੁਰੂ ਨੇ ਬਦਲ ਦਿੱਤੇ। ਜਿੱਦਣ ਗੁਰੂ ਦੀ ਸਿੱਖਿਆ ਨੂੰ ਸੁਣਿਆ, ਪਹਿਲਾਂ ਵਾਲਾ ਜੀਵਨ ਸਾਰਾ ਹੀ ਖਤਮ ਹੋ ਗਿਆ। ਜਿਹੜੀ ਗੱਲ ਸਾਹਿਬ ਕਹਿੰਦੇ ਨੇ ਨਾ, ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਬੜਿਆਂ ਦਾ ਗਵਨ ਅੱਜ ਵੀ ਗੁਰੂ ਮਿਟਾਉਂਦਾ ਹੈ। ਗੁਰੂ ਉਦਣ ਹੀ ਬੰਦੀ ਛੋੜ ਨਹੀਂ ਹੈ। ਸਾਨੂੰ ਲੱਗਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਤਾਕਤ ਸਿਰਫ ਗਵਾਲੀਅਰ ਦੇ ਕਿਲੇ ਤੱਕ ਸੀਮਤ ਸੀ। ਨਹੀਂ, ਗਵਾਲੀਅਰ ਦੇ ਕਿਲੇ ਤੱਕ ਸੀਮਤ ਨਹੀਂ ਹੈ। ਗੁਰੂ ਦੀ ਤਾਕਤ ਅੱਜ ਵੀ ਹੈ, ਬਸ ਸਮਰਪਣ ਗੁਰੂ ਨੂੰ ਕਰਨਾ ਪਏਗਾ। ਬਾਹਰ ਉਹ ਆਏ ਸੀ ਗਵਾਲੀਅਰ ਦੇ ਕਿਲੇ 'ਚੋਂ, ਜਿਨ੍ਹਾਂ ਨੇ ਉਹ ਗੁਰੂ ਦਾ ਪੱਲਾ ਫੜਿਆ ਸੀ। ਸਭ ਨੇ 52 ਕਲੀਆਂ ਵਾਲਾ ਚੋਲਾ ਪਾਇਆ ਸੀ, ਜਿਨ੍ਹਾਂ ਨੇ ਉਹ ਕਲੀਆਂ ਫੜੀਆਂ, ਉਹ ਬਾਹਰ ਆਏ। ਸਭ ਕਹਿੰਦੇ ਫਿਰ ਤੇਰੇ ਕੋਲ ਵੀ ਤੇ ਅੱਜ ਨਾਮ ਦਾ ਆਸਰਾ ਹੈ, ਬਾਣੀ ਦਾ ਆਸਰਾ ਹੈ, ਤੂੰ ਇਸ ਆਸਰੇ ਨੂੰ ਫੜ ਤਾਂ ਸਹੀ। ਗੁਰੂ ਤਾਂ ਅੱਜ ਵੀ ਓਨਾ ਹੀ ਸਮਰੱਥ ਹੈ, ਗੁਰੂ ਤਾਂ ਅੱਜ ਵੀ ਸਮਰੱਥ ਹੈ। ਗੁਰੂ ਅੱਜ ਵੀ ਬੰਦੀ ਛੋੜ ਹੈ, ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰੇ ਉਹ ਡੀਣਾ, ਉਹ ਜਿਉਂਦਿਆਂ ਜੀ ਮੁਕਤ ਕਰ ਦਿੰਦਾ ਹੈ। ਗੁਰੂ ਅੱਜ ਵੀ ਓਨਾ ਹੀ ਸਮਰੱਥ ਹੈ। ਸਭ ਕਹਿੰਦੇ ਬਸ ਲੋੜ ਕੀ ਹੈ, ਤੂੰ ਸ਼ਰਨ ਚਾ। ਜਿਹੜੇ ਮਾੜੇ ਨੇ ਮੰਦ ਕਰਮੀ ਵੀ, ਜੇ ਸਭ ਕਹਿੰਦੇ ਸਲਾਉਣਾ ਸ਼ੁਰੂ ਕਰ ਜਾਣ, ਜੇ ਮਾੜੇ ਵੀ ਗੁਰੂ ਦੇ ਸ਼ਬਦ ਨੂੰ ਸਿਮਰਨਾ ਸ਼ੁਰੂ ਕਰ ਦੇਣ, ਗੁਰੂ ਦੇ ਸ਼ਬਦ ਨੂੰ ਪੜ੍ਹਨਾ ਸ਼ੁਰੂ ਕਰ ਦੇਣ, ਤੇ ਮਾਲਕ ਕਹਿੰਦੇ ਬਖਸ਼ਿਸ਼ ਹੋ ਜਾਏਗੀ। ਸੁਣਿਆ ਮੁਖ ਸਾ ਲਾਹਣ ਮੰਦ, ਖਿਆਲ ਰੱਖਿਆ ਕਰੀਏ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸੁਣੀਏ ਨਾ ਪੜ੍ਹਿਆ ਕਰੀਏ। ਸੁਣਿਆ, ਸੁਣੀਏ ਨਹੀਂ ਹੈ, ਸੁਣਿਆ। ਸਲਾਹਣ ਨਹੀਂ ਹੈ, ਸੱਸੇ ਨੂੰ ਕੰਨਾ ਲਗਾਏ, ਸਾ ਲਾਹਣ, ਕੰਨੇ ਦੀ ਆਵਾਜ਼ ਆਵੇ। ਅਸੀਂ ਪੜ੍ਹਦੇ ਬੜੀ ਵਾਰ ਆ, ਧਿਆਨ ਨਹੀਂ ਦਿੰਦੇ। ਐੜੇ ਨੂੰ ਕੰਨਾ ਲੱਗਾ ਹੁੰਦਾ ਹੈ ਆਕਾਰ, ਅਸੀਂ ਆਕਾਰ ਪੜ੍ਹ ਦਿੰਦੇ ਹਾਂ। ਆਕਾਰ ਹੈ ਤੇ ਆਕਾਰ ਹੀ ਪੜ੍ਹਨਾ ਹੈ, ਭਾਵੇਂ ਕਿ ਅਰਥਾਂ 'ਚ ਫਰਕ ਨਹੀਂ ਹੈ, ਪਰ ਇਹਦਾ ਭਾਵ ਹੈ ਜੇ ਅਸੀਂ ਛੱਡ ਰਹੇ ਹਾਂ ਤਾਂ ਸੁਚੇਤ ਨਹੀਂ ਆ, ਧਿਆਨ ਸਾਡਾ ਕਿਤੇ ਹੋਰ ਹੈ, ਬਸ ਪੜ੍ਹਦੇ ਜਾਂਦੇ ਹਾਂ। ਜੇ ਧਿਆਨ ਦੇ ਨਾਲ ਪੜ੍ਹਾਂਗੇ ਤਾਂ ਫਿਰ ਪੜ੍ਹਿਆ ਜਾਏਗਾ। ਸਾਹਿਬ ਨੇ ਅੱਗੇ ਬਖਸ਼ਿਸ਼ ਕਰ ਦਿੱਤੀ। ਮਾਲਕ ਕਹਿੰਦੇ ਸੁਣਿਆ ਜੋਗ ਜੁਗਤ ਤਨ ਭੇਦ। ਮਾਲਕ ਬਖਸ਼ਿਸ਼ ਕਰਦੇ, ਸਾਹਿਬ ਕਹਿੰਦੇ ਜੇ ਗੁਰੂ ਦੇ ਸ਼ਬਦ ਨੂੰ ਸੁਣ ਲਵੇਂ ਤੇ ਜੋਗ ਦੀਆਂ ਜੁਗਤੀਆਂ ਬਾਹਰੋਂ ਲੱਭਣ ਦੀ ਲੋੜ ਨਹੀਂ ਪੈਣੀ। ਤੈਨੂੰ ਜੰਗਲਾਂ 'ਚ, ਤੈਨੂੰ ਕੰਧਰਾਂ 'ਚ ਜਾ ਕੇ ਜੋਗੀ ਨਹੀਂ ਬਣਨ ਦੀ ਲੋੜ ਪੈਣੀ। ਤੂੰ ਜੋਗ ਕਮਾ ਲਏਗਾ, ਤੈਨੂੰ ਉਹ ਗੁੱਝੇ ਭੇਦ ਤਨ ਦੇ ਅੰਦਰੋਂ, ਤੇਰੇ ਆਪਣੇ ਅੰਦਰੋਂ ਸਮਝ ਆ ਜਾਣਗੇ। ਸੁਣਿਆ ਜੋਗ ਜੁਗਤ ਤਨ ਭੇਦ। ਮਾਲਕ ਕਹਿੰਦੇ ਇੱਥੋਂ ਬਖਸ਼ਿਸ਼ ਹੋ ਜਾਏਗੀ, ਬਾਹਰ ਜਾਣ ਦੀ ਲੋੜ ਨਹੀਂ ਪਏਗੀ। ਬਾਹਰ ਉਦੋਂ ਜਾਵਾਂਗੇ, ਦੌੜ ਬਾਹਰ ਦੀ ਉਦੋਂ ਲੱਗਦੀ ਹੈ ਜਦੋਂ ਅਸੀਂ ਅੰਦਰ ਨਹੀਂ ਖੋਜਦੇ। ਮੈਂ ਅਕਸਰ ਇੱਕ ਉਦਾਹਰਨ ਦਿੰਦਾ ਹੁੰਦਾ ਵੀ ਇੱਕ ਮਾਤਾ ਬਜ਼ੁਰਗ ਘਰ ਦੇ ਬਾਹਰ ਖਲੋਤੀ ਹੈ ਰਸਤੇ ਦੇ ਉੱਤੇ। ਹੁਣ ਉੱਥੇ ਖਲੋਤਿਆਂ ਹੋਇਆਂ ਉਹ ਆਪਣੀ ਸੂਈ ਲੱਭਦੀ ਹੈ। ਉਹ ਬੜੇ ਦੇਰ ਦੀ ਯਤਨ ਕਰਦੀ ਹੈ, ਸੂਈ ਲੱਭਦਿਆਂ ਲੱਭਦਿਆਂ ਉਹਨੂੰ ਹੁਣ ਸੂਈ ਨਾ ਲੱਭੀ। ਇੱਕ ਸਾਧੂ ਆਇਆ, ਕਹਿੰਦਾ ਮਾਤਾ ਕੀ ਕਰਦੀ ਹੈ? ਕਹਿੰਦੀ ਪੁੱਤ ਮੇਰੀ ਇੱਥੇ ਨਾ ਸੂਈ ਗਵਾਚ ਗਈ ਹੈ, ਤੇ ਬਾਬਾ ਜੀ ਜੇ ਤੁਸੀਂ ਕਿਰਪਾ ਕਰੋ ਤੇ ਮੇਰੇ ਨਾਲ ਸੂਈ ਲਭਾ ਦੇਵੋ। ਹੁਣ ਸਾਧੂ ਕਹਿੰਦਾ ਵੀ ਠੀਕ ਹੈ, ਮੈਨੂੰ ਕਿਹੜਾ ਕੋਈ ਕੰਮ ਹੈ, ਮੈਂ ਸੂਈ ਲਭਾ ਦਿੰਦਾ।
ਸੂਈ ਲੱਭਣ ਲੱਗ ਗਿਆ। ਹੁਣ ਉਹ ਵੀ ਜਦੋਂ ਕਾਫੀ ਸਮਾਂ ਲੱਭਦੇ ਰਹੇ ਦੋਵੇਂ ਜਾਣੇ ਤੇ ਸੂਈ ਨਾ ਲੱਭੀ, ਮਾਤਾ ਨੂੰ ਪੁੱਛਿਆ, ਮਾਤਾ ਸੂਈ ਤੈਨੂੰ ਪਤਾ ਹੈ ਕਿੱਥੇ ਗਵਾਚੀ ਆ? ਤੈਨੂੰ ਚੇਤਾ ਹੈ ਕਿੱਥੇ ਗਵਾਚੀ ਹੈ? ਮਾਤਾ ਕਹਿੰਦੀ ਹਾਂ ਪੁੱਤ ਮੈਨੂੰ ਚੇਤਾ ਹੈ ਕਿੱਥੇ ਗਵਾਚੀ ਹੈ। ਕਹਿੰਦਾ ਕਿੱਥੇ ਗਵਾਚੀ ਹੈ? ਕਹਿੰਦੇ ਕਮਰੇ ਦੇ ਅੰਦਰ ਉਹ ਨੁੱਕਰ ਦੇ ਵਿੱਚ ਗਵਾਚੀ, ਉੱਥੇ ਡਿੱਗੀ ਮੇਰੇ ਹੱਥੋਂ। ਸਾਧੂ ਕਹਿੰਦਾ ਮਾਤਾ ਹੈਰਾਨ ਕਰਨ ਵਾਲੀ ਗੱਲ ਹੈ, ਸੂਈ ਤੇਰੀ ਅੰਦਰ ਗਵਾਚੀ ਹੈ, ਲੱਭਦੀ ਤੂੰ ਘਰੋਂ ਬਾਹਰ ਆ ਕੇ ਇਸ ਰਸਤੇ ਦੇ ਉੱਤੇ, ਇੱਥੋਂ ਕਿੱਦਾਂ ਲੱਭੇਗੀ? ਮਾਤਾ ਕਹਿੰਦੀ ਅੰਦਰ ਹਨੇਰਾ ਸੀ, ਬਾਹਰ ਚਾਨਣ ਸੀ, ਮੈਂ ਸੋਚਿਆ ਬਾਹਰ ਚਾਨਣ 'ਚੋਂ ਲੱਭ ਜਾਏਗੀ। ਸਾਧੂ ਨੂੰ ਸਮਝ ਆ ਗਈ ਵੀ ਜੋ ਮਾਤਾ ਕਰਨ ਰਹੀ ਆ ਕਰਦਾ ਤੇ ਮੈਂ ਵੀ ਇਹੀ ਆ, ਵੀ ਹਨੇਰਾ ਤੇ ਅੰਦਰ ਹੈ, ਲੋੜ ਕੀ ਸੀ? ਅੰਦਰ ਚਾਨਣ ਕਰਨਾ ਹੈ। ਉਸ ਨੁੱਕਰ 'ਚ ਚਾਨਣ ਕਰਕੇ ਉੱਥੇ ਸੂਈ ਲੱਭੀ ਜਾਂਦੀ, ਪਰ ਬਾਹਰ ਚਾਨਣ ਕਰਕੇ, ਬਾਹਰ ਚਾਨਣ ਲੱਭ ਕੇ ਵੀ ਬਾਹਰ ਚਾਨਣ ਹੈ ਤੇ ਬਾਹਰੋਂ ਕੁਝ ਲੱਭ ਜਾਏ, ਬਾਹਰੋਂ ਨਹੀਂ, ਗਵਾਚਿਆ ਅੰਦਰੋਂ ਆ। ਤਾਂ ਸਾਹਿਬ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਦਾਤਾਂ ਬਾਹਰ ਨਹੀਂ ਅੰਦਰ ਨੇ, ਤੈਨੂੰ ਅੰਦਰੋਂ ਲੱਭਣੀਆਂ ਪੈਣਗੀਆਂ। ਸਾਧੂ ਨੂੰ ਸਮਝ ਆ ਗਈ, ਮੁੜ ਗਿਆ ਘਰ ਜਾ ਕੇ ਆਪਣੇ ਅੰਦਰ ਦੀ ਖੋਜ ਸ਼ੁਰੂ ਕੀਤੀ ਹੈ ਤੇ ਉਹ ਸਾਰੀ ਗੱਲ ਅੰਦਰੋਂ ਸਮਝ ਆ ਗਈ, ਕਿਉਂਕਿ ਪ੍ਰਮਾਤਮਾ ਅੰਦਰੋਂ ਪ੍ਰਗਟ ਹੋਣਾ ਹੈ, ਬਾਹਰ ਤਾਂ ਲੱਭਣਾ ਤੇ ਅਸੀਂ ਅੰਦਰੋਂ ਆ। ਆਪਣੇ ਅੰਦਰ ਨਹੀਂ ਖੋਜਿਆ ਤੇ ਬਾਹਰੋਂ ਲੱਭਦੇ ਫਿਰਦੇ ਆ ਤੇ ਗਵਾਚੇ ਤਾਂ ਅਸੀਂ ਆਪ ਆ। ਮੈਂ ਅਕਸਰ ਕਹਿੰਦਾ ਹੁੰਦਾ, ਕਈ ਵਾਰ ਅਸੀਂ ਕਹਿੰਦੇ ਰੱਬ ਕਿੱਥੋਂ ਲੱਭੇਗਾ ਜੀ, ਰੱਬ ਕਿੱਥੋਂ ਲੱਭੇਗਾ? ਹੁਣ ਇਹਨੂੰ ਹੋਰ ਸੌਖਾ ਇੱਦਾਂ ਸਮਝ ਲਈਏ, ਕੋਈ ਘਰੋਂ ਤੁਰਿਆ ਗੁਰਦੁਆਰਾ ਸਾਹਿਬ ਆਉਣ ਦੇ ਲਈ, ਗੁਰਦੁਆਰਾ ਸਾਹਿਬ ਆਉਣ ਵਾਸਤੇ ਕੋਈ ਘਰੋਂ ਤੁਰਿਆ ਏ ਤੇ ਆ ਕੇ ਇੱਥੇ ਕਵੇ ਵੈਲਾਚੇਰੀ ਤੋਂ ਵੀ ਦੇਖੋ ਜੀ ਉਹ ਟੀ ਨਗਰ ਵਾਲਾ ਗੁਰਦੁਆਰਾ ਗਵਾਚ ਗਿਆ, ਪਹੁੰਚ ਨਾ ਪਾਵੇ ਰਸਤੇ ਦੇ ਵਿੱਚ, ਕਵੇ ਜੀ ਗੁਰਦੁਆਰਾ ਗਵਾਚ ਗਿਆ, ਮੈਨੂੰ ਗੁਰਦੁਆਰਾ ਦੱਸੋ ਕਿੱਥੇ ਆ? ਤੇ ਸਿਆਣਾ ਕੀ ਕਹੇਗਾ, ਭਲਿਆ ਗੁਰਦੁਆਰਾ ਤੇ ਉੱਥੇ ਹੀ ਹੈ, ਗੁਰਦੁਆਰਾ ਤਾਂ ਨਹੀਂ ਗਵਾਚਿਆ, ਹਾਂ ਤੂੰ ਰਸਤਾ ਭਟਕਿਆ ਹੈ। ਸਾਡੀ ਹਾਲਤ ਵੀ ਤੇ ਇਹੀ ਹੈ ਨਾ, ਅਸੀਂ ਕਹਿੰਦੇ ਆ ਕੀ ਲੱਭਣਾ ਹੈ? ਰੱਬ ਲੱਭਣਾ ਹੈ। ਭਲਿਆ ਰੱਬ ਤੇ ਗਵਾਚਿਆ ਹੀ ਨਹੀਂ ਹੈ, ਉਹ ਤੇ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਉਹ ਤੇ ਹਰ ਘਟ ਦੇ ਅੰਦਰ ਹੈ। ਤੇ ਗਵਾਚਿਆ ਕੌਣ ਆ? ਗਵਾਚੇ ਅਸੀਂ ਆ, ਅਸੀਂ ਆਪਣੇ ਆਪ ਨੂੰ ਲੱਭਣਾ ਸੀ। ਰੱਬ ਤਾਂ ਗਵਾਚਿਆ ਹੀ ਨਹੀਂ ਹੈ। ਰੱਬ ਤਾਂ ਸਾਹਿਬ ਕਹਿੰਦੇ ਨੇ ਜਹ ਜਹ ਪੇਖਾਂ ਤਹ ਹਜ਼ੂਰ, ਦੂਰ ਕਤਹੁ ਨਾ ਜਾਈ ਰਵ ਰਹਿਆ, ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਗੁਰੂ ਸਾਹਿਬ ਕਹਿੰਦੇ ਨੇ ਉਹ ਪਰਮਾਤਮਾ ਤੇ ਵਿਛੜਦਾ ਹੀ ਨਹੀਂ ਹੈ, ਉਹ ਤੇ ਤੇਰਾ ਸਦੀਵੀ ਸਾਥੀ ਹੈ, ਤੂੰ ਸਾਥੀ ਉਹਨੂੰ ਬਣਾ ਜਿਹੜਾ ਵਿਛੜਦਾ ਨਹੀਂ, ਉਹ ਤੇ ਹਰ ਥਾਂ ਤੇ ਵਸਿਆ ਜਿੱਧਰ ਨੂੰ ਦੇਖਦਾ ਹੈ। ਫਿਰ ਗਵਾਚੇ ਤਾਂ ਅਸੀਂ ਆ, ਅਸੀਂ ਆਪਣੇ ਆਪ ਨੂੰ ਲੱਭਣਾ ਹੈ। ਤਾਂ ਸਾਹਿਬ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਆਪਣੇ ਆਪ ਨੂੰ ਪਛਾਣ, ਤਾਂ ਸਮਝ ਆਏਗੀ। ਮਾਲਕ ਕਹਿੰਦੇ ਨੇ ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਿਤ ਵੇਦ। ਜਦੋਂ ਗੁਰੂ ਦੇ ਹੁਕਮ ਨੂੰ ਸਮਝ ਲਵਾਂਗੇ ਫਿਰ ਸਾਨੂੰ ਸਮਝ ਆ ਜਾਏਗੀ ਇਹ 27 ਸਿਮਰਤੀਆਂ, ਇਹ 4 ਵੇਦ, ਇਹਨਾਂ ਦੀ ਵਿਚਾਰਧਾਰਾ ਕੀ ਕਹਿੰਦੀ ਹੈ ਰੱਬ ਦੇ ਬਾਰੇ, ਤੇ ਰੱਬ ਅਸਲ 'ਚ ਕਿੱਥੇ ਰਹਿੰਦਾ ਹੈ, ਰੱਬ ਕਿਵੇਂ ਦਾ ਹੈ। ਸਭ ਕਹਿੰਦੇ ਤੈਨੂੰ ਸਮਝ ਆ ਜਾਏਗੀ। ਇਹਨਾਂ ਧਾਰਮਿਕ ਗ੍ਰੰਥਾਂ ਦੀ ਸੋਝੀ ਹੋ ਜਾਏਗੀ ਜੇ ਗੁਰੂ ਦੇ ਸ਼ਬਦ ਨੂੰ ਸੁਣ ਲਵੇਂ। ਮਾਲਕ ਕਹਿੰਦੇ ਮਤ ਇੰਨੀ ਕੁ ਤੇਰੀ ਭਰਪੂਰ ਹੋ ਜਾਏਗੀ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਸੁਣ ਲਈਏ ਤੇ ਸਭ ਕਹਿੰਦੇ ਮਤ ਦੇ ਵਿੱਚ ਰਤਨ ਜਵਾਹਰ ਅਮੋਲਕ ਖਜ਼ਾਨੇ, ਇਹ ਹੀਰੇ ਮੋਤੀ ਪ੍ਰਗਟ ਹੋ ਜਾਂਦੇ ਨੇ। ਅਸੀਂ ਗੁਰੂ ਦੀ ਸਿੱਖਿਆ ਨਹੀਂ ਸੁਣ ਕੇ ਮੰਨਦੇ, ਮੁਸ਼ਕਲ ਹੀ ਇੱਥੇ, ਅਸੀਂ ਸੁਣਦੇ ਵੀ ਨਹੀਂ ਆ, ਸਾਡੀ ਸੁਰਤ ਨਹੀਂ ਸੁਣਦੀ, ਸਾਡਾ ਸਰੀਰ ਸੁਣਦਾ ਹੈ, ਤੇ ਸਿਰਫ ਉਦੋਂ ਸੁਣਦਾ ਹੈ ਜਦੋਂ ਸਾਡਾ ਸਰੀਰ ਚਾਹੁੰਦਾ ਹੈ। ਸਰੀਰ ਤੇ ਮਨ ਆਪਣੀ ਮਰਜ਼ੀ ਦੇ ਨਾਲ ਨਹੀਂ ਚੱਲਦਾ। ਅਸੀਂ ਅਕਸਰ ਚਾਹੁੰਦੇ ਹਾਂ, ਦੇਖੋ ਅਸੀਂ ਕਹਿ ਦਿੰਦੇ ਹਾਂ ਦੇਖੋ ਜੀ ਮਨ ਨਹੀਂ ਕਰ ਰਿਹਾ,
मैं नहीं अज गुरु घर जाना, मेरा मन नहीं करता। तो मैं कहना हुन्ना भी असल च उदण ही आना चाहिए है जिदन मन नहीं कर रहा, क्योंकि अज ये विगड़िया होया है। जिदन इनू थोड़ी जी देती ना खुल विगड़े हुए इनू, फिर नहीं इन्हें तुरना। इनू तो जूले थले देना ही पैंदा है, फिर ही तुरदा है, उदा नहीं तुरदा। ये तो बहुत विगड़िया ताकतवर बड़ा है मन। सब कहते ने तू अगर इनू जितन दिता ना फिर तेनू इन्हें कदे जितन नहीं देना, इस करके इनू जित लै। मन जितना है, असी मन के अगे हार जाने, मन की मर्जी के नाल चलन लग जाने। तो सब कहते ने जिदन गुरु की शब्द नू, गुरु की सिक्ख्या नू सुन लवेंगा, तेनू धार्मिक ग्रंथां का ज्ञान जिहड़ा है वो समझ आ जाएगा, तेनू सोझी हो जाएगी। नानक भगतां सदा विगास। गुरमुखां नू जिहड़े मालिक दे दर दे भगत ने, उन्हां दे हिरदियां दे अंदर, सुरत दे अंदर सदीवी खेड़ा है। वो सदीवी सुख दे विच ने, क्योंकि वो संसार के दुखों की परवाह नहीं करते। उन्हां दे कोल एक दुख है जिहदी अरदास वो परमात्मा के चरनां च करते हैं। एक दुख राम राय काटो मेरा, अगन दहन और गर्भ बसेरा। सतगुरु जी आ तृष्णा की अग च साड़ना बंद कर देवो, इहदे तो बच जाइए। तो विकारां च पै के हर पल जिहड़ा नवां जन्म हो रहा सुरत करके, इस तो बच जाइए। यही एक दुख है। संसार के दुखों की तो परवाह कोई नहीं, वो खेड़े च रहिंदे ने। फिर नानक भगतां सदा विगास सुनिया दुख पाप का नाश। जदों मालिक दे हुक्म नूं सुन लईए फिर सब कहते ने दुखों ते पापां दा नाश हो जाता है। जिहड़े गुरु हुक्म नूं सुनदे ने, मालिक कहते जिहड़े सुरत गुरु चरनां दे अंदर जोड़ लैण, जिन्हां ने परमात्मा नूं ध्याउणा शुरू कर दिता। जिन निरभाओ जिन हर निरभाओ ध्याया जी, तिनका भाओ सब गवासी। जिहड़े उस निरभाव परमात्मा नूं ध्याउण लग जाण, उन्हां दे अंदर दे सारे डर, सारे दुख, सारियां तकलीफां दूर हो जांदियां ने। सब कृपालू दया करन। विचारां करदिआं होइयां बेअंत भुलां दी खिमा। सबना दा धन्नवाद। बुलाओ जी फतेह। आखो जी वाहिगुरू जी का खालसा, वाहिगुरू जी की फतेह।